Hey there, this is Simran from Simran Niles Academy. Welcome to my YouTube channel. So in this video today we will understand how to write table in writing task 1 and is the presentation ਦੇ ਲਈ what you have to do first and ਕਿਵੇਂ ਆਪਾਂ ਇਹਨੂੰ step by step ਇੱਕ ਅੱਛੇ sample ਦੀ ਤਰ੍ਹਾਂ ਲਿਖ ਸਕਾਂਗੇ. I would also share a sample answer for the same. So let's begin. Alright, so while solving table, first thing we need to know is we have to analyze the question analyze karan lag gaya. You have to ask yourself some questions like first question we have is what are the units of measurements. Basically unit of measurement ਕੀ ਹੁੰਦਾ ਹੈ ਕਿ ਕਿਸ unit ਦੇ ਵਿੱਚ ਆਪਾਂ ਨੂੰ data present ਕੀਤਾ ਗਿਆ, whether it is in percentage, whether it is in dollars, kilometers, ਕਿਸ unit ਦੇ ਵਿੱਚ ਆਪਾਂ ਨੂੰ data present ਕੀਤਾ ਗਿਆ. So if we analyze this table ਤਾਂ ਇੱਥੇ ਆਪਣੇ ਕੋਲ 3 different categories ਦਿੱਤੀਆਂ ਹੋਈਆਂ, means ਜਿੰਨੇ ਵੀ figures ਦਿੱਤੇ ਹੋਏ ਨੇ ਕਿਸੇ ਦਾ ਵੀ unit same ਨਹੀਂ ਹੈ. Date open ਦੇ ਵਿੱਚ we are presented with the years, kilometers of routes ਦੇ ਵਿੱਚ ਜੋ ਵੀ ਆਪਾਂ ਨੂੰ units ਦਿੱਤੀਆਂ ਹੋਈਆਂ ਨੇ ਤਾਂ ਇਹਦੀ ਇੱਕ unit ਕੀ ਆ ਗਈ ਆਪਣੇ ਕੋਲ, that data is presented, distance is presented in kilometers. And however if we talk about passengers ਦੀ ਗੱਲ ਕਰੀਏ ਤਾਂ passengers ਦਾ ਜੋ data ਹੈ ਉਹ ਆਪਾਂ ਨੂੰ ਦਿੱਤਾ ਹੋਇਆ ਹੈ millions ਦੇ ਵਿੱਚ. So ਇਸ table ਦੇ ਵਿੱਚ first thing distance is given in kilometers and number of passengers is given in millions, right? Second question you have to ask yourself is what are the time periods, because बहुत सारे tables ਇਹੋ ਜਿਹੇ ਆਉਂਦੇ ਨੇ ਜਿਸ ਦੇ ਵਿੱਚ ਆਪਣੇ ਕੋਲ years ਦੇ ਵਿੱਚ data present ਕੀਤਾ ਜਾਂਦਾ ਹੈ and ਬਹੁਤ ਸਾਰੇ ਇਹੋ ਜਿਹੇ tables ਵੀ ਆਉਂਦੇ ਨੇ ਜਿਸ 'ਚ ਆਪਾਂ ਨੂੰ data ਦੇ ਵਿੱਚ ਕੋਈ ਵੀ year present ਨਹੀਂ ਕੀਤਾ ਹੁੰਦਾ, right? So second thing you have to analyze is what are the time periods. So if we talk about this table ਤਾਂ ਇਸ ਦੇ ਵਿੱਚ ਕੋਈ ਵੀ time period ਨਹੀਂ ਹੈ. here ਕੋਈ ਵੀ year ਉਹਨਾਂ ਨੇ particular mention ਨਹੀਂ ਕੀਤਾ, just only time period we are given is ਕਿ ਕਦੋਂ ਇਹ ਜਿਹੜੇ ਅੰਡਰਗਰਾਉਂਡ ਰੇਲਵੇ ਸਟੇਸ਼ਨ ਸੀਗੇ ਇਹ ਕਦੋਂ ਸਿਸਟਮ ਸੀਗੇ ਕਦੋਂ ਆਪਰੇਟ ਹੋਣੇ ਸ਼ੁਰੂ ਹੋਏ, ਮੀਨਸ ਇਹ ਕਦੋਂ ਸਟਾਰਟ ਹੋਏ ਨੇ. ਸੋ ਵੀ ਆਰ ਗਿਵਨ ਵਿਦ 6 years, ਰਾਈਟ? ਬਟ ਜਿਹੜਾ ਡਾਟਾ ਹੈ ਉਹ ਆਪਾਂ ਪ੍ਰੈਜ਼ੈਂਟ ਦੇ ਵਿੱਚ ਹੀ ਲਿਖਾਂਗੇ ਕਿਉਂਕਿ ਇਹ ਨਹੀਂ ਦੱਸਿਆ ਹੋਇਆ ਕਿ ਜਿਹੜਾ ਇਹ ਡਾਟਾ ਕਲੈਕਸ਼ਨ ਹੈ ਵੈਦਰ ਇਟ ਇਜ਼ ਆਫ ਪਾਸਟ ਔਰ ਵੈਦਰ ਇਟ ਇਜ਼ ਆਫ ਪ੍ਰੈਜ਼ੈਂਟ. ਸੋ ਜਦੋਂ ਆਪਾਂ ਨੂੰ ਸਟੇਟਮੈਂਟ ਦੇ ਵਿੱਚ ਔਰ ਗਿਵਨ ਇੰਟਰੋਡਕਸ਼ਨ ਦੇ ਵਿੱਚ ਈਅਰ ਪ੍ਰੈਜ਼ੈਂਟ ਨਹੀਂ ਕੀਤਾ ਜਾਂਦਾ ਦੈਨ ਵੀ ਆਲਵੇਜ਼ ਯੂਜ਼ ਪ੍ਰੈਜ਼ੈਂਟ tense, right? So next question you have to ask yourself is what can you learn from the title and any labels. ਜੋ ਵੀ ਤੁਹਾਨੂੰ ਟਾਈਟਲ ਦਿੱਤਾ ਹੋਇਆ ਟੇਬਲ ਦੇ ਵਿੱਚ ਔਰ ਕੋਈ ਵੀ ਲੇਬਲ ਦਿੱਤਾ ਹੋਇਆ ਤੁਸੀਂ ਉਸ ਤੋਂ ਕੀ ਸਿੱਖ ਸਕਦੇ ਹੋ. ਸੋ ਇਹ ਵਾਲੇ ਗ੍ਰਾਫ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਸ ਦੇ ਵਿੱਚ ਟਾਈਟਲ ਕੀ ਹੈ, ਅੰਡਰਗਰਾਉਂਡ ਰੇਲਵੇ ਸਿਸਟਮਸ, ਮੀਨਸ ਇਹ ਗ੍ਰਾਫ ਦੇ ਵਿੱਚ ਜੋ ਡਾਟਾ ਹੈ ਦੈਟ ਇਜ਼ ਗਿਵਨ ਆਫ ਅੰਡਰਗਰਾਉਂਡ ਰੇਲਵੇ ਸਿਸਟਮਸ. ਐਂਡ ਇਹਦੇ ਜਿਹੜੇ ਲੇਬਲਸ ਨੇ ਤਾਂ ਬੇਸਿਕਲੀ ਵੀ ਕੈਨ ਜੱਜ ਕਿ ਜਿਹੜੇ 6 ਅੰਡਰਗਰਾਉਂਡ ਰੇਲਵੇ ਸਿਸਟਮਸ ਨੇ ਉਹ ਲੰਡਨ 'ਚ ਹੈ, ਪੈਰਿਸ 'ਚ ਹੈ, ਟੋਕੀਓ 'ਚ ਹੈ, ਵਾਸ਼ਿੰਗਟਨ DC 'ਚ ਹੈ, ਕੁਆਟਾ ਦੇ ਵਿੱਚ ਹੈ ਐਂਡ ਲਾਸ ਐਂਜਲਸ ਦੇ ਵਿੱਚ ਹੈ, ਰਾਈਟ? ਸੋ ਯੂ ਹੈਵ ਟੂ ਅੰਡਰਸਟੈਂਡ ਕਿ ਬੇਸਿਕਲੀ ਆਪਾਂ ਨੂੰ ਕੈਟੇਗਰੀਜ਼ ਕੀ ਦਿੱਤੀਆਂ ਹੋਈਆਂ, ਟਾਈਟਲ ਕੀ ਦਿੱਤਾ ਹੋਇਆ ਤੇ ਇਸ ਤੋਂ ਆਪਾਂ ਨੂੰ ਕਿੰਨੀ ਕੁ ਸਮਝ ਆ ਰਹੀ ਹੈ, ਰਾਈਟ? ਨੈਕਸਟ ਥਿੰਗ ਯੂ ਹੈਵ ਟੂ ਸੀ ਇਜ਼ ਵਟ ਇਜ਼ ਦ ਮੋਸਟ ਓਬਵੀਅਸ ਟ੍ਰੈਂਡ, ਕਿ ਅਗਰ ਆਪਾਂ ਡਾਟਾ ਨੂੰ ਐਨਾਲਾਈਜ਼ ਕਰੀਏ ਤਾਂ ਸਭ ਤੋਂ ਓਬਵੀਅਸ ਟ੍ਰੈਂਡਸ ਆਪਾਂ ਨੂੰ ਕੀ ਦਿਖ ਰਿਹਾ, ਰਾਈਟ? ਸੋ ਇਫ ਵੀ ਐਨਾਲਾਈਜ਼ ਦ ਡਾਟਾ, ਅਗਰ ਆਪਾਂ ਪਹਿਲੇ ਡੇਟ ਓਪਨ ਦੀ ਗੱਲ ਕਰੀਏ ਦੈਨ ਲੰਡਨ, ਪੈਰਿਸ ਐਂਡ Tokyo, these are the oldest, means ਇਹ ਜਿਹੜੇ ਫਸਟ 3 ਕੈਟੇਗਰੀਜ਼ ਨੇ ਇਹ ਸਭ ਤੋਂ ਓਲਡਰ ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਓਲਡੈਸਟ ਰੇਲਵੇ ਸਿਸਟਮ ਹੈ ਲੰਡਨ ਦਾ, ਵਿੱਚ ਓਪਨਡ ਇਨ 1863, ਰਾਈਟ? ਐਂਡ ਅਗਰ ਆਪਾਂ ਇੱਧਰ ਵੀ ਗੱਲ ਕਰੀਏ ਇਹਨਾਂ ਨੂੰ ਆਪਾਂ ਓਲਡਰ ਕਹਿ ਸਕਦੇ ਹਾਂ, ਇਹਨਾਂ ਨੂੰ ਆਪਾਂ ਨਿਊਅਰ ਕਹਿ ਸਕਦੇ ਹਾਂ ਬਿਕਾਜ਼ 6 ਕੈਟੇਗਰੀਜ਼ 'ਚੋਂ ਇਹ ਤਿੰਨੋਂ ਸਭ ਤੋਂ ਪੁਰਾਣੇ ਨੇ, ਇਹ ਤਿੰਨੋਂ ਉਹਨਾਂ ਤੋਂ ਬਾਅਦ ਓਪਨ ਹੋਏ ਨੇ, ਰਾਈਟ? ਐਂਡ ਇੱਧਰ ਵੀ ਅਗਰ ਆਪਾਂ ਐਨਾਲਾਈਜ਼ ਕਰੀਏ ਤਾਂ 394, 199, 155, 126, 11, 28 ਕਿਲੋਮੀਟਰਸ ਟਰੈਵਲਡ ਇਹਨਾਂ ਸਿਸਟਮ ਦੇ ਅੰਡਰ ਵੀ ਕੀ ਕਰ ਰਹੇ ਨੇ, ਡਿਕਰੀਜ਼ ਕਰ ਰਹੇ ਨੇ ਵਿਦ ਦ ਓਪਨਿੰਗ ਡੇਟਸ. ਮੀਨਸ ਫਸਟ ਜਿਹੜੇ 3 ਸਿਸਟਮਸ ਨੇ ਇਹਨਾਂ ਵਿੱਚ ਸਭ ਤੋਂ ਜ਼ਿਆਦਾ ਡਿਸਟੈਂਸ ਕਵਰ ਕੀਤਾ ਗਿਆ, ਹਾਊਐਵਰ ਲਾਸਟ ਵਾਲੇ 3 ਸਿਸਟਮ ਦੇ ਵਿੱਚ ਸਭ ਤੋਂ ਘੱਟ ਡਿਸਟੈਂਸ ਹੈ ਜਿਹੜਾ ਇਹਨਾਂ ਦੇ ਕੰਪੈਰੇਟਿਵਲੀ ਲੈਸਰ ਡਿਸਟੈਂਸ ਇਜ਼ ਕਵਰਡ, ਰਾਈਟ? ਸਿਮਿਲਰਲੀ ਇਫ ਵੀ ਹੈਵ ਅ ਲੁੱਕ ਔਨ ਪੈਸੇਂਜਰਸ ਪਰ ਈਅਰ, ਸੇਮ ਟ੍ਰੈਂਡ ਕੈਨ ਬੀ ਅਬਜ਼ਰਵਡ ਕਿ ਜਿਹੜੇ ਫਸਟ 3 ਰੇਲਵੇ ਸਿਸਟਮਸ ਨੇ ਇਹਨਾਂ ਵਿੱਚ ਨੰਬਰ ਆਫ ਪੈਸੇਂਜਰਸ ਇਜ਼ ਮੋਰ in comparison to the last 3 railway systems. London, Paris and Tokyo ਦੇ ਵਿੱਚ ਇਹ open ਵੀ ਪਹਿਲਾਂ ਹੋਏ ਨੇ, means these are the older system. kilometers of route ਵੀ ਇਸ ਦੇ ਵਿੱਚ ਜ਼ਿਆਦਾ ਕਵਰ ਹੋਏ ਨੇ and number of passengers ਵੀ ਜ਼ਿਆਦਾ travel ਕੀਤਾ ਇਹਨਾਂ 3 railway systems ਦੇ accordingly. So basically our most obvious trends is ਕਿ these are at the top and these are at the bottom in every category, right? Next, are there any notable similarities? Notable similarities we have already mentioned ਕਿ ਇਹ ਤਿੰਨੋਂ ਇੱਕੋ ਤਰ੍ਹਾਂ ਦੇ ਟ੍ਰੈਂਡ ਸ਼ੋ ਕਰ ਰਹੇ ਨੇ ਐਂਡ ਇਹ ਵਾਲੇ 3 ਕੈਟੇਗਰੀਜ਼ ਨੇ ਇੱਕੋ ਤਰ੍ਹਾਂ ਦੇ ਟ੍ਰੈਂਡ ਸ਼ੋ ਕਰ ਰਹੀਆਂ ਨੇ. ਸੋ these are the similarities which we have witnessed, right? ਇੱਕ ਵਾਰ ਜਦੋਂ ਤੁਸੀਂ ਇਹ ਵਾਲੇ ਕੁਐਸਚਨਸ ਨੂੰ ਪੜ੍ਹ ਕੇ ਐਨਾਲਾਈਜ਼ ਕਰ ਲਿਆ, ਇਹਨਾਂ ਦੇ ਤੁਹਾਨੂੰ ਆਨਸਰਸ ਮਿਲ ਗਏ, then you have to move on to ਕਿ ਟੇਬਲ ਦੀ ਲੈਂਗੁਏਜ ਕੀ ਲਿਖਣੀ ਹੈ. ਯੂਜੂਅਲੀ ਟੇਬਲ ਦੇ ਵਿੱਚ ਕੀ ਹੁੰਦਾ ਹੈ, ਟੇਬਲ ਸੋਲਵ ਕਰਨ ਤੋਂ ਪਹਿਲਾਂ you must understand how to write bar graph, how to write line graph and how to write
ਪਾਈ ਚਾਰਟ ਬਿਕਾਜ਼ ਇਹ ਤਿੰਨ ਲੈਂਗੁਏजेस ਹੀ ਆਪਾਂ ਟੇਬਲ ਪ੍ਰੈਜੈਂਟੇਸ਼ਨ ਦੇ ਵਿੱਚ ਯੂਜ਼ ਕਰਦੇ ਆ ਅਗਰ ਤਾਂ ਟੇਬਲ ਦੇ ਵਿੱਚ ਜਿਹੜੀਆਂ ਕੈਟਾਗਰੀਜ਼ ਨੇ ਉਹ ਆਪਾਂ ਨੂੰ ਸਿਰਫ ਕੈਟਾਗਰੀਜ਼ ਦਿੱਤੀਆਂ ਹੋਈਆਂ ਮੀਨਸ x ਐਕਸਿਸ ਦੇ ਅਲੋਂਗ ਐਂਡ y ਐਕਸਿਸ ਹੌਰੀਜ਼ੌਂਟਲੀ ਔਰ ਵਰਟੀਕਲੀ ਆਪਾਂ ਨੂੰ ਜਿਹੜਾ ਡਾਟਾ ਦਿੱਤਾ ਹੋਇਆ ਉਹ ਕੈਟਾਗਰੀਜ਼ 'ਚ ਦਿੱਤਾ ਹੋਇਆ ਰਾਈਟ so we will use language of comparison that is language of bar comparison ਦੀ language ਹਮੇਸ਼ਾ bar ਦੀ ਹੁੰਦੀ ਹੈ ਜਿਸ ਦੇ ਵਿੱਚ ਆਪਾਂ the highest the lowest higher than lower than ਐਦਾਂ ਦੇ ਟਰਮਸ ਨੂੰ ਐਦਾਂ ਦੇ ਟ੍ਰੈਂਡਸ ਨੂੰ ਯੂਜ਼ ਕਰਦੇ ਹਾਂ ਰਾਈਟ ਇਫ ਆਪਾਂ ਨੂੰ ਜਿਹੜਾ ਡਾਟਾ ਟੇਬਲ ਦੇ ਵਿੱਚ ਉਹ ਕਾਫੀ ਸਾਰੇ ਈਅਰਸ ਦੀ ਫਾਰਮ ਦੇ ਵਿੱਚ ਪ੍ਰੈਜ਼ੈਂਟ ਕੀਤਾ ਗਿਆ ਮੀਨਸ ਇੱਥੇ ਆਪਾਂ ਨੂੰ ਕਾਫੀ ਸਾਰੇ ਈਅਰਸ ਦਿੱਤੇ ਨੇ ਲਾਈਕ 2001 2002 2003 ਐਂਡ 2004 then we have to use the language of trend means ਆਪਾਂ ਦੱਸਣਾ ਕਿ 2001 ਦੇ ਵਿੱਚ ਇੰਨਾ ਡਾਟਾ ਸੀ which increased to this after 1 year then again it increased after 1 year and last year 'ਚ ਜਾ ਕੇ ਇਹ decrease ਕਰ ਗਿਆ means over the period of time ਆਪਾਂ trend ਨੂੰ mention ਕਰਾਂਗੇ if data is presented in the form of percentage then we will use the language of share which is the language of pie chart so with respect to language of comparison is of bar graph language of trend is of line graph and language of share is of pie chart so table ਨੂੰ solve ਕਰਨ ਤੋਂ ਪਹਿਲਾਂ ਆਪਾਂ ਨੂੰ ਇਹ ਤਿੰਨੋਂ graphs ਲਿਖਣੇ ਆਣੇ ਚਾਹੀਦੇ ਨੇ and table ਦੇ ਵਿੱਚ then ਆਪਾਂ language identify ਕਰਨੀ ਹੈ whether the data presented in the table is of language of comparison or language of trend or language of share so if we talk about this table so along this horizontally or vertically दोनों side ਤੇ ਹੀ ਆਪਾਂ ਨੂੰ categories present ਕੀਤੀਆਂ ਹੋਈਆਂ means we will in this table we will use the language of comparison that is language of bar graph ਜਿਸ to the highest the lowest ਆਏਗਾ right okay so ਜਦੋਂ ਤੁਸੀਂ analyze ਕਰ ਲਿਆ then you need to understand ਕਿ ਆਪਾਂ ਪੈਟਰਨ ਕੀ ਫੋਲੋ ਕਰਨਾ ਰਾਈਟ ਐਜ਼ ਵੀ ਨੋ ਕਿ ਟਾਸਕ 1 ਦੇ ਪੈਟਰਨਸ ਦੇ ਵਿੱਚ ਫਸਟ ਆਫ ਆਲ ਵੀ ਨੀਡ ਟੂ ਅੰਡਰਸਟੈਂਡ we need to write introduction right and introduction ਨੂੰ write down ਕਰਨ ਦੇ two methods ਨੇ using you can rephrase introduction using synonyms or active to passive formation ਜਿਸ ਦੀ ਮੈਂ ਇੱਕ ਵੀਡੀਓ ਆਲਰੇਡੀ YouTube ਚੈਨਲ ਦੇ ਉੱਤੇ ਪੋਸਟ ਕੀਤੀ ਹੋਈ ਹੈ ਤੁਸੀਂ ਉੱਥੇ ਜਾ ਕੇ ਸਮਝ ਸਕਦੇ ਹੋ ਕਿ synonyms ਨੂੰ ਯੂਜ਼ ਕਰਕੇ ਆਪਾਂ introduction ਕਿੱਦਾਂ rephrase ਕਰ ਸਕਦੇ ਹਾਂ and active to passive formation ਨੂੰ ਯੂਜ਼ ਕਰਕੇ introduction ਆਪਾਂ ਕਿੱਦਾਂ rephrase ਕਰ ਸਕਦੇ ਹਾਂ so in this case I have rephrased introduction using synonym so at the place of the I have the table I have used the presented table gives information ਦੀ ਜਗ੍ਹਾ ਤੇ use ਕੀਤਾ ਹੈ shows data railway system ਦੀ ਜਗ੍ਹਾ ਤੇ ਮੈਂ use ਕੀਤਾ ਹੈ rail networks and cities ਦੀ ਜਗ੍ਹਾ ਤੇ use ਕੀਤਾ ਹੈ major cities because ਜਿੰਨੀਆਂ ਵੀ 6 cities ਦੇ names ਦਿੱਤੇ ਹੋਏ ਨੇ these are major cities right so ਹਰੇਕ ਦੀ replacement ਲਗਾ ਕੇ ਹਰੇਕ ਨੂੰ paraphrase ਕਰਕੇ our introduction would look like this the presented table shows data about the underground railway networks in 6 major cities right then after writing introduction you have to write overall or overview of the graph ਜਿਸ ਦੇ ਵਿੱਚ ਆਪਾਂ mention ਕਰਨੇ ਹੁੰਦੇ ਨੇ highlighted feature if we understand this graph so is the highlighted features ਕੀ ਨੇ basically there are 6 networks ਕਿਹੜੇ ਨੇ London Paris Tokyo Washington DC Kyoto or LA right and the oldest systems are as we analyzed at first कि oldest 6 systems ਦੇ ਵਿੱਚੋਂ ਸਭ ਤੋਂ ਪੁਰਾਣੇ system ਨੇ London Paris and Tokyo which we can analyze using the dates when these systems were opened ਕਿਉਂਕਿ 1863 1900 1927 and 1976 ਇਹਨਾਂ ਦੇ comparatively these are the older system right if I talk about number of passengers ਤਾਂ ਇਹਨਾਂ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ number of passengers ਦੇ ਵਿੱਚ older systems had more passengers than newer system ਅਗਰ ਆਪਾਂ ਇਹਨਾਂ ਤਿੰਨਾਂ ਨੂੰ compare ਕਰੀਏ first older systems ਨੂੰ newer systems ਦੇ ਨਾਲ the number of passengers as well as kilometer traveled ਦੋਨੋਂ ਹੀ higher ਨੇ in comparison to the newer systems right so we will mention the highlighted features we will analyze the highlighted feature and then we will try to paraphrase the statement because overall ਦੇ ਵਿੱਚ ਵੀ ਜਿੰਨਾ paraphrasing ਕਰਕੇ ਤੁਸੀਂ ਲਿਖੋਗੇ that would be good so at the place of cities we can use 6 networks because cities ਦੀ ਬਜਾਏ ਆਪਾਂ ਕੀ ਕਹਿ ਸਕਦੇ ਹਾਂ 6 cities ਦੇ underground railway system ਦੀ ਬਜਾਏ we can say 6 networks of railway right so date open ਨੂੰ we can say age kilometers ਨੂੰ we can say ਕਿ ਉਹਨਾਂ ਦਾ size ਕੀ ਹੈ ਔਰ passengers ਨੂੰ we can say number of people who use these systems so paraphrase ਕਰਕੇ then we would write the overall right so our overall would look like this overall the table compares the 6 networks in terms of their age 6 networks ਨੂੰ ਕਿਹੜੇ terms ਦੇ ਵਿੱਚ compare ਕੀਤਾ ਜਾ ਰਿਹਾ in the term of their age means date open in term of their size means ਉਹਨਾਂ ਦਾ kilometer travel ਕੀ ਹੈ and number of people who use them number of people mean passengers so main feature is ਦਾ ਕੀ ਆ ਗਿਆ ਕਿ comparison ਕੀਤਾ ਜਾ ਰਿਹਾ on the basis of age size and number of people which who used it right so that would be our first sentence for the overall ਜੋ ਕਿ ਆਪਾਂ ਨੂੰ highlighted feature ਦਿਖ ਰਿਹਾ then clearly
it is clear that the three oldest underground systems are larger because in other kilometers ki ne higher in comparison to the newer and serve significantly more passengers than the newer system. So basically that would be our overall, जिस दे विच आपां यूज़ कीती है comparative degree that is higher than lower than. So here we have used to serve more number of people or more passengers than the newer system. So here we use the superlative degree more than. So that this is how we would write overall. जो तुसी overall the highlighted feature write down कर ले, then you have to think about body paragraph 1 and body paragraph 2. We have to present the information like this कि एग्जामिनर ਨੂੰ बहुत clearly understood ਹੋ ਜੇ ਕਿ ਆਪਾਂ ਕਿੱਦਾਂ information ਨੂੰ present ਕੀਤਾ ਹੈ ਤੇ ਕਿਹੜੇ point ਕਿਹੜੇ figures ਨੂੰ ਆਪਾਂ write down ਕੀਤਾ ਹੈ, right? And for that purpose we also need to classify the information in 2 paragraphs and information ਜੋ ਵੀ ਤੁਸੀਂ classify ਕਰਨੀ ਹੈ ਉਹਨੂੰ ਤੁਸੀਂ ਬਹੁਤ ਹੀ balanced form ਦੇ ਵਿੱਚ classify ਕਰਨਾ ਹੈ. So ਜਿਵੇਂ ਆਪਾਂ ਨੰਬਰ ਜਦੋਂ ਆਪਾਂ ਟੇਬਲ ਸਟਾਰਟ ਕੀਤਾ ਸੀ ਆਪਾਂ ਉਦੋਂ ਤੋਂ ਕਹਿੰਦੇ ਆ ਰਹੇ ਹਾਂ ਕਿ 3 ਸਿਸਟਮਸ ਆਰ 올ਡਰ ਐਂਡ 3 ਸਿਸਟਮਸ ਆਰ ਨਿਊਅਰ. ਸੋ ਇਸੇ ਤਰ੍ਹਾਂ ਆਪਾਂ ਇਹਨਾਂ ਨੂੰ ਡਿਵਾਈਡ ਕਰ ਲਾਂਗੇ ਇਨ ਬੋਡੀ ਪੈਰਾਗ੍ਰਾਫ 1 ਐਂਡ ਬੋਡੀ ਪੈਰਾਗ੍ਰਾਫ 2. BP1 ਦੇ ਵਿੱਚ ਆਪਾਂ ਗੱਲ ਕਰਾਂਗੇ 올ਡਰ ਸਿਸਟਮਸ ਦੀ ਵਿਚ ਆਰ ਲੰਡਨ, ਪੈਰਿਸ ਐਂਡ ਟੋਕੀਓ ਐਂਡ BP2 ਚ ਗੱਲ ਕਰਾਂਗੇ ਨਿਊਅਰ ਸਿਸਟਮਸ ਦੀ ਵਿਚ ਆਰ ਵਾਸ਼ਿੰਗਟਨ DC, ਕਿਓਟੋ, ਲਾਸ ਐਂਜਲਿਸ, ਰਾਈਟ? ਸੋ ਜਦੋਂ ਤੁਸੀਂ ਇਹ ਕਲਾਸੀਫਾਈ ਕਰ ਲਿਆ ਕਿ ਤੁਸੀਂ BP1 ਚ ਕੀ ਲਿਖਣਾ ਐਂਡ BP2 ਚ ਕੀ ਲਿਖਣਾ, then you have to paraphrase the main features of body paragraph 1. So London, Paris and Tokyo ਦੇ ਵਿੱਚ you have to analyze that which is the largest, which is the second largest, which is half the size and third in terms of size. Means ਤਿੰਨਾਂ ਨੂੰ ਅਗਰ ਆਪਾਂ ਕੰਪੈਰੀਟਿਵ ਕਰ ਰਹੇ ਹਾਂ ਤਾਂ the largest ਕਿਹੜਾ ਹੈ, ਉਸ ਤੋਂ ਬਾਅਦ ਕਿਹੜਾ ਆਉਂਦਾ ਹੈ, ਉਸ ਤੋਂ ਬਾਅਦ ਕਿਹੜਾ ਆਉਂਦਾ ਹੈ, ਸਾਈਜ਼ ਦੇ ਵਿੱਚ ਸਭ ਤੋਂ ਜ਼ਿਆਦਾ ਕਿਹੜਾ ਹੈ ਜਾਂ ਕੋਈ ਹਾਫ ਦਿੱਤਾ ਹੋਇਆ ਹੈ, ਕੋਈ ਹਾਇਰ ਹੈ, ਕੋਈ ਲੋਅਰ ਹੈ, ਇਹ ਸਭ ਚੀਜ਼ਾਂ ਆਪਾਂ ਐਨਾਲਾਈਜ਼ ਕਰਨੀਆਂ. We also need to understand कि आप बार क्योंकि we have to present the 3 systems तो बार आप passengers ना लिखिए, we will use synonyms of passengers. So at the place of passengers you can use railway users, commuters, right? Then you can also use these words: serves more people, the most used, underground system, network, right? Underground railways, railway system और networks, railway network. So हर word ਦੇ ਲਈ ਤੁਸੀਂ synonym ਨੂੰ use ਕਰਨਾ ਹੈ. When you will analyze this and ਤੁਸੀਂ main features ਨੂੰ paraphrase ਕਰਤਾ, then we would write body paragraph 1 and our body paragraph 1 would look like this, that the London Underground. First we will start with London Underground. So what are its main features? The London Underground is the oldest system. 1863 ਸਭ ਤੋਂ ਪਹਿਲਾਂ ਇਹ open ਹੋਇਆ ਸੀ, right? So the London Underground is the oldest system, ਕਿੰਨੇ having opened in 1863. It is also the largest system. ਇਹੀ ਸਭ ਤੋਂ ਲਾਰਜੈਸਟ ਵੀ ਹੈ ਕਿਉਂਕਿ ਸਭ ਤੋਂ ਜ਼ਿਆਦਾ ਕਿਲੋਮੀਟਰਸ ਇਸੇ ਦੇ ਹੀ ਨੇ. ਸੋ ਇਟ ਇਜ਼ ਆਲਸੋ ਦ ਲਾਰਜੈਸਟ ਸਿਸਟਮ ਵਿਦ 394 ਕਿਲੋਮੀਟਰਸ ਆਫ ਰੂਟ. ਦ ਸੈਕਿੰਡ ਲਾਰਜੈਸਟ ਸਿਸਟਮ, ਹੁਣ ਆਪਾਂ ਦੇਖਾਂਗੇ ਕਿ ਲਾਰਜੈਸਟ ਸਿਸਟਮ ਇਹ ਸੀਗਾ, ਸੈਕਿੰਡ ਲਾਰਜੈਸਟ ਸਿਸਟਮ ਕਿਹੜਾ ਹੈ? ਦ ਸੈਕਿੰਡ ਲਾਰਜੈਸਟ system in Paris is about half the size of the London Underground. So 199 or 394, it is about 400, it is about 200. तो means ਜਿਹੜਾ largest system ਹੈ ਉਹਦੇ ਤੋਂ half size ਦਾ the second largest system. So that is the highlighted feature. So ਇਹ ਆਪਾਂ mention ਕਰਾਂਗੇ, right? ਇੱਥੇ ਜ਼ਰੂਰੀ ਨਹੀਂ ਕਿ ਆਪਾਂ ਹਰ ਜਗ੍ਹਾ ਦੇ ਉੱਤੇ figures ਨੂੰ ਹੀ mention ਕਰਨਾ ਹੈ, ਆਪਾਂ without figures ਲਿਖੇ ਵੀ mention ਕਰ ਸਕਦੇ ਹਾਂ as we have written here. The second largest system in Paris is only half the size of the London Underground with 199 kilometers of route. Means ਪਹਿਲਾਂ ਆਪਾਂ ਇਹਦਾ ਦੱਸਿਆ, ਇੱਥੇ ਆਪਾਂ ਨੂੰ ਲੰਡਨ ਅੰਡਰਗਰਾਉਂਡ ਦਾ ਦੱਸਣਾ ਕਿਲੋਮੀਟਰਸ ਦੱਸਣ ਦੀ ਜ਼ਰੂਰਤ ਨਹੀਂ ਹੈ because we have already mentioned it, right? Then however it serves more people per year and ਚਾਹੇ ਕਿਲੋਮੀਟਰਸ ਦੇ ਵਿੱਚ ਇਹ ਜ਼ਿਆਦਾ ਹੈ, ਲਾਰਜੈਸਟ ਸਾਈਜ਼ ਇਹ ਹੈ, ਸੈਕਿੰਡ ਲਾਰਜੈਸਟ ਇਹ ਹੈ, ਪਰ ਨੰਬਰ ਆਫ ਪੈਸੇਂਜਰਸ ਨੂੰ ਸਰਵ ਕੌਣ ਕਰ ਰਿਹਾ ਹੈ? ਦ ਸੈਕਿੰਡ ਲਾਰਜੈਸਟ ਸਿਸਟਮ. ਸੋ ਇਹਦੇ ਨਾਲ ਹੀ ਆਪਾਂ ਲਿਖਤਾ ਹਾਊਐਵਰ ਇਟ ਸਰਵਸ ਮੋਰ ਪੀਪਲ per year. तो ਆਪਾਂ ਦੋਨਾਂ ਨੂੰ compare ਕਰਤਾ है. Then while only third in terms of size, so in terms of size third ਕੀ ਹੈ? Tokyo. The Tokyo system is easily the most used with 1927. So ਤਿੰਨਾਂ ਦੇ comparatively ਚਾਹੇ size ਇਹਦਾ ਘੱਟ ਹੈ ਪਰ most used system ਕੀ ਹੈ? Tokyo with 1927 million passengers per year. So ਆਪਾਂ ਤਿੰਨਾਂ ਦੇ dates opening ਵੀ ਦੱਸਦੀਆਂ ਕਿ this is the oldest, ਇਹ ਉਸ ਤੋਂ ਬਾਅਦ second oldest and then ਇਹ second oldest third oldest ਹੈ. ਕਿਲੋਮੀਟਰਸ ਨੂੰ ਕੰਪੇਅਰ ਕਰਤਾ. then we have also compared the passengers per year. ਕਿਸੇ ਦੇ ਵਿੱਚ ਆਪਾਂ figures mention ਕੀਤੇ ਨੇ, ਕਿਸੇ ਦੇ ਵਿੱਚ ਆਪਾਂ figures mention ਨਹੀਂ ਕੀਤੇ, right? So now we are done with the oldest system. then same ਐਦਾਂ ਹੀ ਆਪਾਂ compare ਕਰਾਂਗੇ newer systems ਨੂੰ. so firstly what you have to do is again you have to paraphrase the main features. So
now we are left with 3 newer systems. So we have to say कि 3 newer system ਦੇ ਵਿੱਚੋਂ largest ਕਿਹੜਾ ਹੈ, the most extensive ਕਿਹੜਾ ਹੈ, the largest, the oldest ਕਿਹੜਾ ਹੈ, ਔਰ ਦੋਨਾਂ ਦੇ comparatively ਕਿਸ ਚ ਪੈਸੇਂਜਰਸ ਵੱਧ ਨੇ, ਕਿਸ ਚ ਪੈਸੇਂਜਰਸ ਘੱਟ ਨੇ। ਸੋ ਇਦਾਂ ਹੀ ਆਪਾਂ body paragraph 2 ਦੇ ਵਿੱਚ ਵੀ ਕੰਪੇਅਰ ਕਰਾਂਗੇ। ਸੋ our body paragraph 2 would look like of the 3 newer networks as BP1 ਚ ਆਪਾਂ ਮੈਂਸ਼ਨ ਕੀਤਾ ਸੀ older networks ਦੇ ਬਾਰੇ, ਹੁਣ ਆਪਾਂ ਮੈਂਸ਼ਨ ਕਰਾਂਗੇ newer networks ਦੇ ਬਾਰੇ। so of the 3 newer networks the Washington DC underground is the most extensive। ਤਿੰਨੋਂ ਨਿਊਅਰ ਨੈਟਵਰਕਸ ਦੇ ਵਿੱਚੋਂ ਇਹੀ ਜਿਹੜਾ ਵਾਸ਼ਿੰਗਟਨ ਡੀਸੀ ਵਾਲਾ ਅੰਡਰਗਰਾਊਂਡ ਸਿਸਟਮ ਹੈ that is the most extensive with 126 kilometers of route, 126 kilometers of route compared to only 11 kilometers and 28 kilometers for the Kyoto and Los Angeles system। so ਇਹ ਸਭ ਤੋਂ extensive ਸੀਗਾ, ਇਹਦੇ kilometers ਇੰਨੇ ਸੀ ਤੇ ਇਹ higher ਸੀ in comparison to the Kyoto and Los Angeles kilometers। so we have compared this and we have also mentioned the most extensive, right? then the Los Angeles network is the newest, ਸਭ ਤੋਂ newest, ਜਿਵੇਂ ਆਪਾਂ ਪਹਿਲਾਂ ਸਭ ਤੋਂ oldest ਦੱਸਿਆ ਸੀ, so here we would mention the newest। so the Los Angeles network is the newest, having opened in when it opened in 2001, while the Kyoto network is the smallest and serves only 45 million passengers per year। ਤਿੰਨਾਂ ਦੇ comparatively ਸਭ ਤੋਂ ਛੋਟਾ network ਕਿਹੜਾ ਹੈ, Kyoto, ਜੋ ਕਿ serve ਕਰ ਰਿਹਾ 45 million passengers per year, right? so this is how we present the information in a table chart। I hope ਤੁਹਾਨੂੰ understand ਹੋ ਗਿਆ ਹੋਏਗਾ। this is only about, I have only presented a table using language of comparison। इसी तरह मैं language of trend और language of share ਦੇ ਵੀ table formations ਨੂੰ share ਕਰੂੰਗੀ। if you like this video then please subscribe my channel and keep updated about the newer videos that I will post on my YouTube channel। thank you, all the best।